जित सेवें सुख पाइयै, सो साहिब सदा संभालियै। जित कीता पाइयै अपना, सा घाल बुरी क्यों घालियै। मंदा मूल न कीचई, दे लम्मी नदर निहालियै। ज्यों साहिब नाल नहारियै, ते वेहा पासा ढालियै। किछ लाहे उपर घालियै, ज्यों साहिब नाल नहारियै। ते वेहा पासा ढालियै, किछ लाहे उपर घालियै। वाहिगुरु जी का खालसा, वाहिगुरु जी की फतेह। परम सन्मानयोग धन धन शब्द गुरु साहिब श्री गुरु ग्रंथ साहब सच्चे पातशाह जी महाराज, तिन्हां दी मुबारक हजूरी दे अंदर सुभाएमान अत सत्कारयोग सतसंगी जनों, सतगुरां जी की अपार बख्शिश किरपा रहमत दे सदका असी सारे ही सतगुरु जी के पावन दरबार अंदर बड़े प्यार अते भावना दे नाल सज के बैठे हाँ। गरीब नवाज धन श्री गुरु ग्रंथ साहब सच्चे पातशाह महाराज जी की हजूरी अंदर, जिथे असी पहला सतगुरु जी की इलाही बाणी का कीर्तन श्रवण कर रहे सी, उत्थे हुण कुछ समा प्राप्त होया है आप जी दे नाल सतगुरु जी की बाणी के विचार साझे करन दा। चल रही लड़ीवार आसा जी की वार दी विचार दे अंदर अज 21 नंबर पौड़ी का पाठ मैं आप सरबत संगत नाल साझा कीता है। गुरु नानक साहब सच्चे पातशाह महाराज अज दी इस पावन पौड़ी दे अंदर सानू की उपदेश करते ने, की समझाते ने। आओ विचारां दी प्रारंभता करन तो पहला गुरु दरबार की मर्यादा नूं मुख रखते हुए, गुरु दरबार की हाज़री लवाउंदे हुए दोए कर जोड़ बुलाइए फतेह। एक बार फिर तो गज के आखो जी, वाहिगुरु जी का खालसा, वाहिगुरु जी की फतेह। गरीब नवाज धन गुरु नानक साहब सच्चे पातशाह जी अज दी इस पावन पौड़ी अंदर अखीरली पंक्ति विच सतगुरु जी बख्शिश करते ने। महाराज कहते ने, केश लाहे उपर घाली है। घालण का मतलब हुंदा है घालना करनी, कोई काम करना। कोई भी बंदा, कोई भी मनुख इस दुनिया दे विच आउंदा है, वो अपनी किरतकार करन वास्ते कोई ना कोई घालना घालदा है। कोई बंदा ईमानदारी नाल किरत करदा है, उहदी अपनी एक घालना है। कोई बंदा अपने परिवार नूं किस तरीके नाल चलाउंदा है, उहदी एक अपनी घालना है। दुनिया दे कोई भी काम घालना तो बगैर नहीं कीता जांदा। बच्चे ने स्कूल दे विच पढ़ाई करनी है तो पढ़ाई करन वास्ते उहदी एक अपनी वक्खरी स्ट्रगल है, उहदी एक अपनी वक्खरी मेहनत ते मुशक्कत है।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਕਿਛ ਲਾਹੇ ਉੱਪਰ ਘਾਲੀਐ। ਇੱਕ ਤਾਂ ਬੰਦਾ ਬਾਹਰ ਦੁਨੀਆ ਦੇ ਵਿੱਚ ਕੰਮ ਕਰਦਾ ਹੈ, ਜਿਹਦੀ ਘਾਲਣਾ ਘਾਲਦਾ ਹੈ। ਸਤਿਗੁਰੂ ਕਹਿੰਦੇ ਨੇ ਇੱਕ ਘਾਲਣਾ ਉਹ ਹੈ ਜਿਹੜੀ ਤੈਨੂੰ ਗੁਰੂ ਵਾਲੇ ਪਾਸੇ ਵੀ ਘਾਲਣੀ ਪੈਂਦੀ ਹੈ। ਇੱਕ ਘਾਲਣਾ ਗੁਰੂ ਵਾਲੇ ਪਾਸੇ ਹੈ। ਇੱਕ ਬੰਦਾ ਬਾਹਰੀ ਤੌਰ 'ਤੇ ਦੁਨੀਆ ਵਿੱਚ ਘਾਲਣਾ ਘਾਲਦਾ, ਕੰਮ ਕਾਰ ਕਰ ਲਿਆ, ਰੋਟੀ ਪਾਣੀ ਜੋਗਾ ਪ੍ਰਬੰਧ ਹੋ ਗਿਆ, ਆਪਣੇ ਘਰ ਪਰਿਵਾਰ ਨੂੰ ਚਲਾ ਲਿਆ। ਇੱਕ ਘਾਲਣਾ ਉਹ ਹੈ ਗੁਰਦੁਆਰੇ, ਘਰ ਤੋਂ ਚੱਲ ਕੇ ਗੁਰਦੁਆਰੇ ਤੱਕ ਆਉਣਾ ਵੀ ਬੰਦੇ ਦੀ ਇੱਕ ਘਾਲਣਾ ਹੈ। ਕੋਈ ਵੀ ਕੰਮ ਘਾਲਣਾ ਤੋਂ ਬਗੈਰ ਇਸ ਦੁਨੀਆ 'ਤੇ ਕੀਤਾ ਹੀ ਨਹੀਂ ਜਾਂਦਾ। ਮਹਾਰਾਜ ਕਹਿੰਦੇ ਨੇ ਇੱਕ ਘਾਲਣਾ ਹੈ ਗੁਰੂ ਵਾਲੇ ਪਾਸੇ। ਉਹ ਘਾਲਣਾ ਕਿਹੜੀ ਹੈ? ਬੁਰਾਈ ਵਿੱਚੋਂ ਉੱਠ ਕੇ ਤੇ ਚੰਗਿਆਈ ਵਾਲੇ ਪਾਸੇ ਆਉਣਾ। ਇਹ ਮਨੁੱਖਾ ਜੀਵਨ ਦੇ ਵਿੱਚ ਇੱਕ ਬੜੀ ਸਖਤ ਤੇ ਬੜੀ ਵੱਡੀ ਤੇ ਬੜੀ ਮਿਹਨਤ ਵਾਲੀ ਘਾਲਣਾ ਹੈ। ਇਸੇ ਕਰਕੇ ਸਤਿਗੁਰੂ ਨੇ ਆਪਣੀ ਪਾਵਨ ਬਾਣੀ ਦੇ ਵਿੱਚ ਸਾਡੇ ਨਾਲ ਇਹ ਮੁਬਾਰਕ ਬੋਲ ਸਾਂਝੇ ਕੀਤੇ ਸਨ। ਮਹਾਰਾਜ ਕਹਿੰਦੇ ਸਨ, ਨਿਹੱਥੈ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜਿਓ। ਇਹ ਜਿਹੜਾ ਸਾਰਾ ਜਗਤ ਹੈ, ਜਿਹੜੀ ਸਾਰੀ ਦੁਨੀਆ ਹੈ, ਇਹ ਮਾਨੋ ਇਸ ਤਰ੍ਹਾਂ ਦਾ ਪਿੜ ਹੈ ਜਿਹਦੇ ਵਿੱਚ ਜੀਵ ਇਸਤਰੀ ਇਕੱਲੀ ਹੈ ਅਤੇ ਵਿਕਾਰ ਇਹਦੇ ਵਿੱਚ ਉਹਦੇ ਨਾਲ ਘੁਲਣ ਵਾਸਤੇ ਤਿਆਰ ਨੇ। ਵਿਕਾਰ ਲਗਾਤਾਰ ਬੰਦੇ ਦੇ ਜੀਵਨ ਦੇ ਨਾਲ ਮਿਹਨਤ ਕਰਦੇ ਨੇ, ਬੰਦੇ ਦੇ ਜੀਵਨ ਨੂੰ ਤੋੜਦੇ ਨੇ, ਬੰਦੇ ਦੇ ਜੀਵਨ ਨੂੰ ਅੰਦਰੋਂ ਖਤਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਪਰ ਜਿੰਦ ਵਿਚਾਰੀ ਇਕੱਲੀ ਹੈ। ਜਿਹੜੀ ਜਿੰਦ ਹੈ ਇਹਨਾਂ ਵਿਕਾਰਾਂ ਦੀ ਖਲਜਗਣ ਦੇ ਵਿੱਚ ਫਸੀ ਹੋਈ ਹੈ। ਅਤੇ ਜਿੰਦ ਨੂੰ ਕੱਢਿਆ ਕਿਸ ਤਰੀਕੇ ਨਾਲ ਜਾਣਾ ਹੈ? ਗੁਰੂ ਦਾ ਥਾਪੜਾ ਲੈ ਕੇ। ਗੁਰੂ ਦਾ ਥਾਪੜਾ ਲੈ ਕੇ ਇਸ ਘਾਲੜਾ ਨੂੰ ਘਾਲਿਆ ਜਾ ਸਕਦਾ ਹੈ। ਅਤੇ ਜਦੋਂ ਅਸੀਂ ਇਸ ਚੀਜ਼ ਨੂੰ ਆਪਣੇ ਇਤਿਹਾਸ ਵਿੱਚੋਂ ਵੇਖਦੇ ਹਾਂ, ਆਪਣੇ ਇਤਿਹਾਸ ਵਿੱਚੋਂ ਇਸ ਚੀਜ਼ ਨੂੰ ਪਰਖਦੇ ਹਾਂ, ਕਿਉਂਕਿ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬੜੀਆਂ ਘਾਲਣਾਵਾਂ ਘਾਲੀਆਂ ਸਨ। ਅੱਜ ਕੌਮ ਨੂੰ ਕਿੱਥੋਂ ਕਿੱਥੋਂ ਤੱਕ ਲੈ ਕੇ ਜਾਣ ਵਾਸਤੇ ਉਹਦੇ ਪਿੱਛੇ ਇੱਕ ਬਹੁਤ ਵੱਡਾ ਉਹਨਾਂ ਦਾ ਮਿਹਨਤ ਵਾਲਾ ਕਾਰਜ ਕੀਤਾ ਹੋਇਆ ਹੈ, ਜਿਹੜਾ ਅੱਜ ਸਾਡੇ ਤੱਕ ਪਹੁੰਚਿਆ। ਜਦੋਂ ਇਸ ਘਾਲਣਾ ਨੂੰ ਮੈਂ ਇਤਿਹਾਸ ਵਿੱਚੋਂ ਵੇਖਦਾ, ਜਦੋਂ ਇਸ ਘਾਲਣਾ ਦੇ ਬਾਰੇ ਅਸੀਂ ਇਤਿਹਾਸ ਵਿੱਚ ਪੜ੍ਹਦੇ ਹਾਂ, ਤਾਂ ਭਾਈ ਮੰਝ ਦਾ ਜ਼ਿਕਰ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਹੋਇਆ। ਭਾਈ ਮੰਝ ਨੂੰ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਸੀ, ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣਾਰਾ। ਮੰਝ ਗੁਰੂ ਦਾ ਜਹਾਜ਼ ਹੈ ਜਿਹਦੇ ਰਾਹੀਂ ਜਗਤ ਪਾਰ ਹੋ ਸਕਦਾ ਹੈ। ਹੁਣ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇਹ ਬੋਲ ਭਾਈ ਮੰਝ ਨੂੰ ਕਿਉਂ ਕਹਿ ਰਹੇ ਨੇ? ਕੀ ਘਾਲਣਾ ਸੀ ਉਹਨਾਂ ਦੀ ਗੁਰੂ ਘਰ ਦੇ ਵਿੱਚ? ਕਿਹੜੀ ਮਿਹਨਤ ਕੀਤੀ ਸੀ ਉਹਨਾਂ ਨੇ ਗੁਰੂ ਘਰ ਵਿੱਚ? ਸਾਧ ਸੰਗਤ, ਜਦੋਂ ਅਸੀਂ ਉਸ ਪੀਰੀਅਡ ਦੇ ਵਿੱਚ ਜਾਈਏ, ਉਸ ਸਮੇਂ ਦੇ ਵਿੱਚ ਜਾਈਏ, ਉਹਨਾਂ ਸਮਿਆਂ ਦੇ ਵਿੱਚ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਮਾਝੇ ਦੀ ਧਰਤੀ 'ਤੇ ਬਹੁਤ ਪ੍ਰਚਾਰ ਉਹਨਾਂ ਦੀਆਂ ਸਰਗਰਮੀਆਂ ਸਨ। ਮਾਝੇ ਦੀ ਧਰਤੀ 'ਤੇ ਦੂਰ ਦਰਾਡੇ ਦੇ ਇਲਾਕੇ ਤੱਕ ਪਿੰਡਾਂ ਵਿੱਚ ਪਹੁੰਚ ਕੇ ਸਤਿਗੁਰੂ ਜੀ ਪ੍ਰਚਾਰ ਕਰਦੇ ਸਨ। ਅਤੇ ਉਹਨਾਂ ਸਮਿਆਂ ਦੇ ਵਿੱਚ ਪੰਜਾਬ ਦੀ ਧਰਤੀ ਜੋਗੀਆਂ ਦਾ ਗੜ੍ਹ ਕਰਕੇ ਮੰਨੀ ਜਾਂਦੀ ਸੀ। ਜੋਗੀ ਬਹੁਤ ਸਨ ਇੱਥੇ। ਦੂਜਾ ਮੱਤ ਸੀ ਸਖੀ ਸਰਵਰ ਮੱਤ, ਅਤੇ ਸਖੀ ਸਰਵਰ ਮੱਤ ਦੇ ਬਹੁਤ ਸਾਰੇ ਜਿਹੜੇ ਪ੍ਰਚਾਰਕ ਸਨ, ਉਹ ਪੰਜਾਬ ਦੀ ਧਰਤੀ 'ਤੇ ਕੰਮ ਕਰਦੇ ਸਨ ਅਤੇ ਲੋਕਾਂ ਨੂੰ ਆਪਣੇ ਮੱਤ ਦੇ ਵਿੱਚ ਪਰਿਵਰਤਨ ਕਰਵਾਇਆ ਜਾਂਦਾ ਸੀ। ਇਸ ਤਰ੍ਹਾਂ ਕਹਿ ਲਓ ਵੀ ਹਿੰਦੂ ਤੋਂ ਜਦੋਂ ਬੰਦਾ ਮੁਸਲਮਾਨ ਬਣਨ ਦੀ ਤਿਆਰੀ ਵਿੱਚ ਆਉਂਦਾ ਹੈ, ਅਤੇ ਉਹਦੇ ਵਿੱਚ ਇੱਕ ਰਸਤੇ ਦਾ ਪੜਾਅ ਹੈ ਸਖੀ ਸਰਵਰ। ਪਹਿਲਾਂ ਬੰਦੇ ਨੂੰ ਸਖੀ ਸਰਵਰ ਬਣਨਾ ਪੈਂਦਾ ਸੀ, ਜਿਹੜਾ ਅੱਧਾ ਹਿੰਦੂ ਹੁੰਦਾ ਸੀ ਅਤੇ ਅੱਧਾ ਮੁਸਲਮਾਨ ਹੁੰਦਾ ਸੀ। ਭਾਵ ਹਿੰਦੂ ਮੱਤ ਵਾਲੇ, ਸਨਾਤਨੀ ਮੱਤ ਵਾਲੇ ਕਰਮ ਵੀ ਕੀਤੇ ਜਾਂਦੇ ਸਨ ਅਤੇ ਇਸਲਾਮ ਵਾਲੇ ਕਰਮ ਵੀ ਕੀਤੇ ਜਾਂਦੇ ਸਨ। ਭਾਈ ਮੰਝ ਉਹਨਾਂ ਸਮਿਆਂ ਦੇ ਵਿੱਚ ਸਖੀ ਸਰਵਰ ਮੱਤ ਦਾ ਪ੍ਰਚਾਰਕ ਸੀ, ਅਤੇ ਇਹਨਾਂ ਦੀ ਜਿਹੜੀ ਗੱਦੀ ਸੀ ਉਹ ਤਰਨ ਤਾਰਨ ਸਾਹਿਬ ਨਗਰ ਤੋਂ ਥੋੜ੍ਹੀ ਜਿਹੀ ਦੂਰ ਇੱਕ ਪਿੰਡ ਦੇ ਵਿੱਚ, ਜਿੱਥੇ ਅੱਜ ਸ਼ੇਖ ਫਤਿਹ ਨਾਂ ਦੀ ਕਬਰ ਬਣੀ ਹੋਈ ਹੈ, ਉੱਥੇ ਸੀ। ਅਤੇ ਭਾਈ ਮੰਝ ਉਹਨਾਂ ਦਾ ਪ੍ਰਚਾਰ ਕਰਦਾ ਸੀ। ਇੱਕ ਦਿਨ ਭਾਈ ਮੰਝ ਨਗਾਹੇ ਵਾਲੇ ਪਾਸੇ ਨੂੰ ਜਾ ਰਿਹਾ ਸੀ। ਉੱਧਰ ਨੂੰ ਜਾਂਦਾ ਭਾਈ ਮੰਝ, ਰਸਤੇ ਵਿੱਚ ਹਨੇਰਾ ਹੋ ਗਿਆ ਅਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਆਇਆ। ਸਤਿਗੁਰੂ ਜੀ ਦੇ ਦਰਬਾਰ ਵਿੱਚ ਆਣ ਕੇ ਬੇਨਤੀ ਕੀਤੀ, ਮੈਨੂੰ ਰਾਤ ਨੂੰ ਸੌਣ ਵਾਸਤੇ ਜਗ੍ਹਾ ਚਾਹੀਦੀ ਹੈ। ਹੁਣ ਮਹਿਮਾ ਤਾਂ ਮਹਾਰਾਜ ਦੀ ਉਹਨੇ ਪਹਿਲਾਂ ਵੀ ਸੁਣੀ ਸੀ, ਕਿਉਂਕਿ ਸਤਿਗੁਰੂ ਦੀ ਮਹਿਮਾ ਤਾਂ ਉਹਨਾਂ ਸਮਿਆਂ ਦੇ ਵਿੱਚ
ਪੰਜਾਬ ਦੀ ਫਿਜ਼ਾ ਦੇ ਵਿੱਚ ਘੁੰਮ ਰਹੀ ਸੀ। ਮਹਾਰਾਜ ਨੇ ਪੰਜਾਬ ਦੀ ਧਰਤੀ 'ਤੇ ਪ੍ਰਚਾਰ ਹੀ ਇੰਨਾ ਜ਼ਿਆਦਾ ਕੀਤਾ ਸੀ। ਐਵੇਂ ਥੋੜ੍ਹੀ ਜ਼ਾਲਮਾਂ ਨੂੰ ਸਤਿਗੁਰੂ ਜੀ ਨੂੰ ਤਤੀ ਤਵੀ 'ਤੇ ਬਿਠਾਉਣਾ ਪਿਆ ਸੀ। ਇਹਦੇ ਪਿੱਛੇ ਇੱਕ ਬਹੁਤ ਲੰਮਾ ਕਾਰਜ ਸੀ ਸਤਿਗੁਰੂ ਜੀ ਦਾ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਪੰਥ ਅਤੇ ਇੱਕ ਗ੍ਰੰਥ ਦੇ ਲੜ ਸਾਨੂੰ ਲਾਇਆ ਸੀ। ਇੱਕ ਪੰਥ ਅਤੇ ਇੱਕ ਗ੍ਰੰਥ ਦੀ ਵਿਚਾਰਧਾਰਾ ਅਤੇ ਸਿੱਖਾਂ ਨੂੰ ਉਸ ਦਿਨ ਤੋਂ ਬਾਅਦ ਤੋਰਿਆ ਸੀ। ਹੁਣ ਸਾਰੇ ਸਿੱਖ ਦਰਬਾਰ ਸਾਹਿਬ ਦੀ ਧਰਤੀ 'ਤੇ ਸੇਵਾ ਕਰ ਰਹੇ ਨੇ। ਬੜੀ ਸ਼ਰਧਾ ਭਾਵਨਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ। ਕਿਸੇ ਦੇ ਵਿੱਚ ਕੋਈ ਜਾਤ ਪਾਤ ਦਾ ਊਚ ਨੀਚ ਦਾ ਭੇਦਭਾਵ ਨਹੀਂ। ਸਾਰੇ ਬੜੇ ਸਮਰਪਿਤ ਹੋ ਕੇ ਸੇਵਾ ਦੇ ਵਿੱਚ ਲੱਗੇ ਹੋਏ ਨੇ। ਅਤੇ ਭਾਈ ਮੰਝ ਜਦੋਂ ਰਾਤ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਧਰਤੀ 'ਤੇ ਠਹਿਰਿਆ ਅਤੇ ਉਹਨੇ ਵੇਖਿਆ ਸਿੱਖਾਂ ਦਾ ਪ੍ਰਬੰਧ। ਕੋਈ ਇਹ ਨਹੀਂ ਜਤਾਉਂਦਾ ਮੈਂ ਵੱਧ ਸੇਵਾ ਕੀਤੀ ਹੈ, ਮੈਂ ਘੱਟ ਸੇਵਾ ਕੀਤੀ ਹੈ, ਮੈਂ ਵੱਡਾ ਸੇਵਕ ਹਾਂ, ਇਹ ਨਿੱਕਾ ਸੇਵਕ ਹੈ, ਮੈਂ ਉੱਚੀ ਜਾਤ ਦਾ ਹਾਂ, ਇਹ ਨੀਵੀਂ ਜਾਤ ਦਾ ਹੈ। ਕਿਸੇ ਵਿੱਚ ਕੋਈ ਤੇਰ ਮੇਰ ਹੈ ਹੀ ਨਹੀਂ। ਅਤੇ ਭਾਈ ਮੰਝ ਰਾਤ ਨੂੰ ਉੱਥੇ ਰੁਕਿਆ। ਉਹਨੂੰ ਖਾਣ ਵਾਸਤੇ ਪ੍ਰਸ਼ਾਦਾ ਦਿੱਤਾ ਗਿਆ, ਰਹਿਣ ਵਾਸਤੇ ਉਹਨੂੰ ਵਧੀਆ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ। ਅਤੇ ਭਾਈ ਮੰਝ ਜਦੋਂ ਤੁਰਿਆ ਆਪਣੇ ਲੰਮੇ ਪੈਂਡਿਆਂ 'ਤੇ, ਪਰ ਉਹਦਾ ਮਨ ਨਾ ਕੀਤਾ ਜਾਣ ਨੂੰ। ਮਨ ਨਾ ਕੀਤਾ ਭਾਈ ਮੰਝ ਦਾ ਜਾਣ ਨੂੰ। ਆਖਿਆ ਮੈਂ ਇਸ ਦਰ ਨੂੰ ਛੱਡ ਕੇ ਨਹੀਂ ਜਾਣਾ ਚਾਹੁੰਦਾ। ਅਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬੈਠੇ ਸਨ। ਅਤੇ ਭਾਈ ਮੰਝ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ। ਆਖਿਆ ਮਹਾਰਾਜ ਮੈਨੂੰ ਵੀ ਸਿੱਖੀ ਦੀ ਦਾਤ ਬਖਸ਼ੋ। ਹੁਣ ਕਿੱਡੀ ਹੈਰਾਨੀ ਦੀ ਗੱਲ ਹੈ, ਕਿਸੇ ਦੂਜੇ ਮਤ ਦਾ ਪ੍ਰਚਾਰਕ ਹੋਵੇ ਅਤੇ ਸਿੱਖੀ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋ ਗਿਆ ਹੋਵੇ ਵੀ ਦੋਵੇਂ ਹੱਥ ਜੋੜ ਕੇ ਸਿੱਖੀ ਦੀ ਦਾਤ ਮੰਗ ਰਿਹਾ ਹੋਵੇ। ਕੋਈ ਪ੍ਰਚਾਰਕ ਜਿਹੜਾ ਧਰਮ ਗ੍ਰੰਥਾਂ ਦੀ ਜਾਣਕਾਰੀ ਵੀ ਰੱਖਦਾ ਹੈ, ਜਿਹੜਾ ਧਰਮ ਗ੍ਰੰਥਾਂ ਨੂੰ ਬੜੀ ਰੀਝ ਦੇ ਨਾਲ ਪੜ੍ਹਦਾ ਹੈ, ਜਿਹੜਾ ਧਰਮ ਗ੍ਰੰਥਾਂ ਨੂੰ ਬੜੀ ਰੀਝ ਨਾਲ ਸਮਝਣਾ ਦਾ, ਪਰ ਉਹ ਹੱਥ ਜੋੜ ਕੇ ਸਿੱਖੀ ਦੀ ਦਾਤ ਮੰਗ ਰਿਹਾ ਹੋਵੇ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਭਾਈ ਮੰਝ ਨੂੰ ਆਖਿਆ ਮੰਝ ਸਿੱਖੀ ਦੀ ਦਾਤ ਇੱਦਾਂ ਪ੍ਰਾਪਤ ਨਹੀਂ ਹੁੰਦੀ। ਸਿੱਖੀ ਦੀ ਦਾਤ ਨੂੰ ਪ੍ਰਾਪਤ ਕਰਨ ਵਾਸਤੇ ਇੱਕ ਘਾਲਣਾ ਘਾਲਣੀ ਪੈਂਦੀ ਹੈ। ਅਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬੋਲ ਸਨ। ਆਖਿਆ ਮੰਝ ਸਿੱਖੀ ਤੇ ਸਿੱਖੀ ਨਹੀਂ ਟਿਕ ਸਕਦੀ। ਭਾਵ ਜਿਹੜੀ ਤੂੰ ਪਹਿਲਾਂ ਆਪਣੇ ਅੰਦਰ ਸਿੱਖੀ ਬਣਾ ਕੇ ਬੈਠਾ ਹੈ ਨਾ, ਇਹਨੂੰ ਪਹਿਲਾਂ ਤੈਨੂੰ ਬਾਹਰ ਕੱਢਣਾ ਪਵੇਗਾ। ਅਤੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਵਾਕ ਹੈ। ਮਹਾਰਾਜ ਕਹਿੰਦੇ ਨੇ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੈ ਪਾਸ। ਇੱਕ ਭਾਂਡੇ ਦੇ ਵਿੱਚ ਦੂਜੀ ਵਸਤੂ ਇਸੇ ਕਰਕੇ ਟਿਕ ਸਕਦੀ ਹੈ ਕਿਉਂਕਿ ਉਸ ਭਾਂਡੇ ਵਿੱਚੋਂ ਪਹਿਲੀ ਵਸਤੂ, ਪਹਿਲਾ ਪਦਾਰਥ ਬਾਹਰ ਕੱਢਿਆ ਜਾਵੇ, ਤਾਂ ਹੀ ਉਹਦੇ ਵਿੱਚ ਦੂਜੀ ਚੀਜ਼ ਜਾਣ ਕੇ ਟਿਕੇਗੀ ਨਾ। ਅਤੇ ਮਹਾਰਾਜ ਨੇ ਆਖਿਆ ਸੀ ਬੰਦੇ ਦਾ ਮਨ ਵੀ ਇੱਦਾਂ ਦਾ ਹੀ ਹੈ। ਜੇ ਮਨ ਵਿੱਚ ਸਿੱਖੀ ਟਿਕਾਉਣਾ ਚਾਹੁੰਦੇ ਆ ਤਾਂ ਪਹਿਲੀ ਬਣੀ ਹੋਈ ਮੱਤ ਨੂੰ ਆਪਣੇ ਜੀਵਨ ਦੇ ਵਿੱਚੋਂ ਬਾਹਰ ਕੱਢਣਾ ਪਏਗਾ। ਪਹਿਲੇ ਮਨ ਦੇ ਵਿਚਾਰ ਨੂੰ ਜੀਵਨ ਦੇ ਵਿੱਚੋਂ ਮਨਫੀ ਕਰਨਾ ਪਏਗਾ। ਸਿਰਫ ਸਿੱਖੀ ਭਾਵਨਾ ਹੀ ਮਨ ਵਿੱਚ ਟਿਕਾਉਣੀ ਪਏਗੀ। ਦੋ ਬੇੜੀਆਂ ਦਾ ਸਵਾਰ ਕਦੇ ਵੀ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘ ਸਕਦਾ। ਦੋ ਬੇੜੀਆਂ ਦਾ ਸਵਾਰ ਹਮੇਸ਼ਾ ਡੁੱਬੇਗਾ ਹੀ ਡੁੱਬੇਗਾ। ਪਰ ਅੱਜ ਸਾਡੀ ਤਰਾਸ ਦੀ ਸਾਧ ਸੰਗਤ ਪਤਾ ਕੀ ਹੈ, ਅਸੀਂ ਵੀ ਸਿੱਖੀ ਤੇ ਸਿੱਖੀ ਟਿਕਾਉਣ ਦਾ ਯਤਨ ਕਰਦੇ ਹਾਂ। ਸਾਡਾ ਯਤਨ ਵੀ ਸਿੱਖੀ ਤੇ ਸਿੱਖੀ ਟਿਕਾਉਣ ਦਾ। ਅਸੀਂ ਵੀ ਸਾਰੇ ਗੁਰੂ ਪੀਰ ਰੱਖਣਾ ਚਾਹੁੰਦੇ ਹਾਂ। ਕਹਿੰਦੇ ਹਾਂ ਕੋਈ ਨਾਰਾਜ਼ ਕਿਉਂ ਕਰਨਾ ਹੈ, ਐਵੇਂ ਕਿਸੇ ਦੀ ਕਰੋਪੀ ਕਾਹਨੂੰ ਸਹੇੜਨੀ ਹੈ। ਅਸੀਂ ਵੀ ਸਿੱਖੀ ਤੇ ਸਿੱਖੀ ਟਿਕਾਉਂਦੇ। ਅੱਜ ਬਹੁਤ ਸਾਰੇ ਸਿੱਖ ਤੁਹਾਨੂੰ ਮਿਲ ਜਾਣਗੇ ਜਿਨ੍ਹਾਂ ਦੇ ਘਰ ਦੇ ਵਿੱਚ ਸਵੇਰੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਜਾਏਗਾ, ਸ਼ਾਮ ਵੇਲੇ ਜਗਰਾਤਾ ਵੀ ਹੁੰਦਾ ਹੈ। ਸਿੱਖੀ ਤੇ ਸਿੱਖੀ ਟਿਕਾਉਣ ਦਾ ਯਤਨ ਹੀ ਹੈ ਨਾ। ਸਵੇਰ ਵੇਲੇ ਭੋਗ ਪਾਇਆ ਜਾਂਦਾ ਹੈ, ਸ਼ਾਮ ਵੇਲੇ ਭੇਟਾਂ ਵੀ ਗਾ ਲਈਆਂ ਜਾਂਦੀਆਂ ਨੇ। ਪਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਵਾਕ ਹੈ। ਮਹਾਰਾਜ ਕਹਿੰਦੇ ਸਿੱਖੀ ਤੇ ਸਿੱਖੀ ਨਹੀਂ ਟਿਕ ਸਕਦੀ। ਸਤਿਗੁਰੂ ਕਹਿੰਦੇ ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ। ਵਸਤੂ ਵਿੱਚ ਵਸਤੂ, ਇਹ ਭਾਂਡੇ ਵਿੱਚ ਵਸਤੂ ਤਾਂ ਹੀ ਪਏਗੀ ਜੇ ਪਹਿਲੀ ਵਸਤੂ ਨੂੰ ਬਾਹਰ ਕੱਢਿਆ ਜਾਏਗਾ। ਪਹਿਲੇ ਪਦਾਰਥ ਨੂੰ ਬਾਹਰ ਕੱਢੋਗੇ। ਅਸੀਂ ਕਹਿੰਦੇ ਮਹਾਰਾਜ ਪਹਿਲਾ ਪਦਾਰਥ ਅਸੀਂ ਬਾਹਰ ਨਹੀਂ ਕੱਢਣਾ ਚਾਹੁੰਦੇ, ਨਵਾਂ ਤੁਸੀਂ ਵੀ ਪਾ ਦਿਓ। ਅਤੇ ਜੇ ਇੱਕੇ ਭਾਂਡੇ ਵਿੱਚ ਦੋ ਵੱਖੋ ਵੱਖਰੇ ਪਦਾਰਥ ਪਾ ਦਿਓਗੇ, ਪਹਿਲੇ ਦਾ ਵੀ ਤੱਤ ਮਰ ਜਾਣਾ ਹੈ ਅਤੇ ਦੂਜੇ ਦਾ ਵੀ ਤੱਤ ਮਰ ਜਾਣਾ ਹੈ। ਪਰ ਅੱਜ ਹੋਰ ਸਿੱਖੀ ਦੇ ਨਾਲ ਬਹੁਤਾਂਤ ਗਿਣਤੀ ਵਿੱਚ ਇੱਦਾਂ ਹੀ ਰਿਹਾ। ਤੁਹਾਨੂੰ ਵੇਖਣ ਨੂੰ ਬਾਹਰੋਂ ਲੱਗੇਗਾ ਇਹ ਬੰਦਾ ਬੜਾ ਵਧੀਆ ਸਿੱਖ ਹੈ। ਇੱਕ ਪਾਸੇ ਗੁੱਟ 'ਤੇ ਕੜਾ ਵੀ ਬੱਧਾ ਹੁੰਦਾ, ਦੂਜੇ ਪਾਸੇ ਕਈਆਂ ਨੇ ਧਾਗੇ ਵੀ ਬੱਧੇ ਹੁੰਦੇ ਨੇ। ਇਹ ਵੀ ਤਾਂ ਸਿੱਖੀ ਤੇ ਸਿੱਖੀ ਟਿਕਾਉਣ ਦਾ ਯਤਨ ਹੀ ਹੈ ਨਾ।
ਹੁਣ ਭਾਈ ਮੰਝ ਵੀ ਸਾਧ ਸੰਗਤ ਇੱਦਾਂ ਕਰਦਾ ਸੀ। ਭਾਈ ਮੰਝ ਦਾ ਵੀ ਇਹੋ ਦਸਤੂਰ ਸੀ। ਭਾਈ ਮੰਝ ਚਾਹੁੰਦਾ ਸੀ ਗੁਰੂ ਅਰਜਨ ਸਾਹਿਬ ਦੀ ਸਿੱਖੀ ਵੀ ਮਨ ਵਿੱਚ ਟਿਕਾ ਲਈ ਜਾਏ। ਦੋਵੇਂ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕੀਤੀ, ਆਖਿਆ ਸਤਿਗੁਰੂ ਜੀ ਸਿੱਖੀ ਦੀ ਦਾਤ ਬਖਸ਼ੋ। ਤੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਮੰਝ ਸਿੱਖੀ ਤੇ ਸਿੱਖੀ ਨਹੀਂ ਟਿਕ ਸਕਦੀ। ਭਾਈ ਮੰਝ ਸਿਆਣਾ ਸੀ, ਬੜਾ ਦਾਨਾ ਪ੍ਰਚਾਰਕ ਸੀ। ਸਮਝ ਲੱਗ ਗਈ ਸਤਿਗੁਰੂ ਮੈਨੂੰ ਕਹਿਣਾ ਕੀ ਚਾਹੁੰਦੇ ਨੇ, ਸਤਿਗੁਰੂ ਮੈਨੂੰ ਸਮਝਾਉਣਾ ਕੀ ਚਾਹੁੰਦੇ ਨੇ। ਹੁਣ ਇਹ ਸਿੱਖੀ ਵਾਸਤੇ ਘਾਲਣੀ ਪਈ ਉਹਨਾਂ ਨੂੰ, ਸਿੱਖੀ ਦੇ ਵਾਸਤੇ ਮਿਹਨਤ ਮੁਸ਼ੱਕਤ ਕਰਨੀ ਪਈ। ਆਪਣੇ ਘਰ ਗਿਆ, ਸਭ ਤੋਂ ਪਹਿਲਾਂ ਜਿਹੜਾ ਘਰ ਵਿੱਚ ਬਣਿਆ ਹੋਇਆ ਪੀਰਖਾਨਾ ਸੀ ਉਹਨੂੰ ਜਾ ਕੇ ਢਾਹ ਦਿੱਤਾ, ਉਹਨੂੰ ਜਾ ਕੇ ਖ਼ਤਮ ਕਰ ਦਿੱਤਾ। ਹਰ ਵੀਰਵਾਰ ਉਸ ਪੀਰਖਾਨੇ 'ਤੇ ਭਾਈ ਮੰਝ ਗੁੜ ਦਾ ਬਣਿਆ ਹੋਇਆ ਮਿੱਠਾ ਰੋੜ ਚੜਾਉਂਦਾ ਸੀ, ਉਹਦੀ ਪੂਜਾ ਕਰਦਾ ਸੀ। ਆਲੇ ਦੁਆਲੇ ਦੇ ਲੋਕ ਉਹਦੇ ਕੋਲ ਨਮਸਕਾਰਾਂ ਕਰਨ ਵਾਸਤੇ ਉੱਥੇ ਆਉਂਦੇ ਸਨ। ਬਹੁਤ ਸਾਰੇ ਲੋਕ ਭਾਈ ਮੰਝ ਦੇ ਭਗਤ ਸਨ। ਹੁਣ ਤੁਸੀਂ ਵੇਖੋ ਜਦੋਂ ਘਰ ਵਿੱਚੋਂ ਪੀਰਖਾਨਾ ਢਾਇਆ ਹੋਏਗਾ ਕਿੱਦਾਂ ਦਾ ਮਾਹੌਲ ਹੋਏਗਾ ਉਸ ਵਕਤ ਉਹਨਾਂ ਦੇ ਪਿੰਡ ਦੇ ਵਿੱਚ। ਕੀ ਸੋਚਦੇ ਹੋਣਗੇ ਲੋਕ, ਮੰਝ ਪਾਗਲ ਹੋ ਗਿਆ, ਪਹਿਲਾਂ ਸਾਨੂੰ ਕਹਿੰਦਾ ਸੀ ਆਣ ਕੇ ਪੀਰਖਾਨੇ ਦੀ ਪੂਜਾ ਕਰੋ, ਅੱਜ ਆਪ ਹੀ ਪੀਰਖਾਨਾ ਢਾਹ ਦਿੱਤਾ। ਪਰ ਲੋਕਾਂ ਦੀ ਪਰਵਾਹ ਨਹੀਂ ਕੀਤੀ। ਲੋਕ ਜੇ ਧਰਮ ਦੇ ਰਸਤੇ 'ਤੇ ਸਾਧ ਸੰਗਤ ਚੱਲਣਾ ਹੋਵੇ ਉਦੋਂ ਲੋਕਾਂ ਦੀ ਪਰਵਾਹ ਨਹੀਂ ਕੀਤੀ ਜਾਂਦੀ। ਬਾਬਾ ਕਬੀਰ ਸਾਹਿਬ ਨੇ ਇੱਕ ਬੜਾ ਪਿਆਰਾ ਵਾਕ ਮੁਬਾਰਕ ਬਾਣੀ ਵਿੱਚ ਸਾਡੇ ਨਾਲ ਸਾਂਝਾ ਕੀਤਾ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਸੰਸਾਰ ਦੇ ਜਿਹੜੇ ਲੋਕ ਨੇ ਸਿਰਫ ਦੋ ਕਾਰਨਾਂ ਕਰਕੇ ਕੰਮ ਕਰਦੇ ਨੇ, ਦੋ ਕਾਰਨਾਂ ਕਰਕੇ ਜਿਹੜਾ ਵੀ ਕੰਮ ਕੀਤਾ ਜਾਂਦਾ ਹੈ। ਇੱਕ ਕੰਮ ਕੀਤਾ ਜਾਂਦਾ ਹੈ ਬੰਦਾ ਆਪਣਾ ਨੱਕ ਰੱਖਣ ਵਾਸਤੇ ਕਰਦਾ ਹੈ, ਅਤੇ ਦੂਜਾ ਕੰਮ ਬੰਦਾ ਕਰਦਾ ਹੈ ਕੰਨ ਲਾ ਕੇ ਮੈਂ ਸੁਣਾ ਹੁਣ ਲੋਕ ਮੇਰੇ ਬਾਰੇ ਕੀ ਕਹਿੰਦੇ ਨੇ। ਦੋ ਤਰੀਕੇ ਨਾਲ ਕੰਮ ਕੀਤੇ ਜਾਂਦੇ ਨੇ। ਮੰਨ ਲਓ ਧੀ ਪੁੱਤ ਦਾ ਆਨੰਦ ਕਾਰਜ ਹੀ ਕਰਨਾ ਹੋਵੇ ਤਾਂ ਬੰਦਾ ਬਹੁਤ ਖਰਚਾ ਕਰਦਾ ਹੈ ਅਤੇ ਬਾਅਦ 'ਚ ਕੰਨ ਲਾ ਸੁਣਦਾ ਵੀ ਲੋਕ ਹੁਣ ਇਹਦੇ ਬਾਰੇ ਕੀ ਕਹਿੰਦੇ ਨੇ, ਭਲਾ ਲੋਕਾਂ ਦੀ ਇਹਦੇ ਬਾਰੇ ਕੀ ਰਾਏ ਹੈ। ਕੰਨ ਲਾ ਕੇ ਬੰਦਾ ਸੁਣਦਾ। ਅਤੇ ਕੁਝ ਕੰਮ ਨੱਕ ਰੱਖਣ ਵਾਸਤੇ ਕੀਤੇ। ਜੇ ਮੈਂ ਆਹ ਕੰਮ, ਜੇ ਮੈਂ ਵਿਆਹ ਦੇ ਵਿੱਚ ਸ਼ਰਾਬ ਨਾ ਪਿਆਈ ਅਤੇ ਮੇਰਾ ਨੱਕ ਨਹੀਂ ਰਹਿਣਾ, ਲੋਕ ਕੀ ਕਹਿਣਗੇ, ਇਹਨੂੰ ਖੁਸ਼ੀ ਨਹੀਂ ਹੋਈ ਆਪਣੇ ਵਿਆਹ ਦੀ, ਪੁੱਤ ਦੇ ਵਿਆਹ ਦੀ, ਲੋਕ ਮੇਰੇ ਬਾਰੇ ਕੀ ਸੋਚਣਗੇ। ਜੇ ਸਾਧ ਸੰਗਤ ਧਰਮ ਦੇ ਰਸਤੇ 'ਤੇ ਚੱਲਣਾ ਹੋਵੇ ਉਦੋਂ ਲੋਕਾਂ ਦੀ ਪਰਵਾਹ ਨਹੀਂ ਕੀਤੀ ਜਾਂਦੀ। ਅਤੇ ਬਾਬਾ ਕਬੀਰ ਸਾਹਿਬ ਨੇ ਆਖਿਆ ਜਦੋਂ ਲੋਕਾਂ ਦੀ ਪਰਵਾਹ ਕੀਤੀ ਜਾਵੇ ਉਦੋਂ ਬੰਦੇ ਦੀ ਹਾਲਤ ਇਹ ਹੁੰਦੀ ਹੈ, ਕਬੀਰ ਦੀਨ ਗਵਾਇਆ ਦੁਨੀ ਸਿਉ। ਦੀਨ ਦਾ ਮਤਲਬ ਹੁੰਦਾ ਹੈ ਧਰਮ। ਬੰਦੇ ਨੇ ਆਪਣਾ ਧਰਮ ਗਵਾ ਲਿਆ, ਦੁਨੀ ਸਿਉ, ਦੁਨੀਆ ਦੇ ਨਾਲ ਲੱਗ ਕੇ, ਦੁਨੀਆ ਦੇ ਨਾਲ ਜੁੜ ਕੇ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ। ਜਿਸ ਦੁਨੀਆ ਦੀ ਖਾਤਰ ਆਪਣਾ ਧਰਮ ਗਵਾਇਆ ਸੀ, ਧਰਮ ਦੇ ਰਾਹ ਤੋਂ ਪੈਰ ਪਿੱਛੇ ਚੁੱਕਦਿਆਂ ਹੀ ਉਸ ਦੁਨੀਆ ਨੇ ਵੀ ਬੰਦੇ ਨਾਲੋਂ ਨਾਤਾ ਤੋੜ ਦਿੱਤਾ, ਉਸ ਦੁਨੀਆ ਨੇ ਵੀ ਇਹਦੇ ਨਾਲੋਂ ਸੰਬੰਧ ਤੋੜ ਦਿੱਤਾ। ਬੰਦਾ ਧੀਆਂ ਪੁੱਤਰਾਂ ਦੀ ਖਾਤਰ ਬੇਈਮਾਨੀਆਂ ਕਰਦਾ ਸੀ, ਧੀਆਂ ਪੁੱਤਰਾਂ ਦੀ ਖਾਤਰ ਲੋਕਾਂ ਦੇ ਨਾਲ ਠੱਗੀਆਂ ਮਾਰੀਆਂ ਜਾਂਦੀਆਂ ਸਨ, ਧੀਆਂ ਪੁੱਤਰਾਂ ਦੀ ਖਾਤਰ ਲੋਕਾਂ ਦੇ ਨਾਲ ਬੇਈਮਾਨੀ ਕੀਤੀ ਜਾਂਦੀ ਸੀ। ਅੱਜ ਜਦੋਂ ਧਰਮ ਦੇ ਉਸ ਪੜਾਅ 'ਤੇ ਪਹੁੰਚ ਗਿਆ, ਜਦੋਂ ਪੈਰਾਂ ਤੋਂ ਚੰਗੀ ਤਰ੍ਹਾਂ ਚੱਲ ਨਹੀਂ ਸਕਦਾ, ਹੱਥ ਕੰਮ ਕਰਨ ਦੀ ਸਮਰੱਥਾ ਨਹੀਂ ਰੱਖਦੇ, ਉਦੋਂ ਧੀਆਂ ਪੁੱਤ ਵੀ ਸਾਥ ਛੱਡ ਗਏ। ਜਿਨ੍ਹਾਂ ਦੀ ਖਾਤਰ ਸਾਰਾ ਕੁਝ ਕੀਤਾ ਸੀ ਉਹਨਾਂ ਸਾਥ ਛੱਡਦਿਆਂ ਇੱਕ ਮਿੰਟ ਨਾ ਲਾਇਆ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਦੁਨੀਆ ਕਦੀ ਬੰਦੇ ਦੇ ਨਾਲ ਨਹੀਂ ਚੱਲਦੀ। ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ। ਕਹਿੰਦੇ ਵੇਖੋ ਦੁਨੀਆ ਦੇ ਲੋਕੋ ਮਨੁੱਖ ਦਾ ਹਾਲ ਕੀ ਬਣਿਆ ਪਿਆ ਹੈ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਪਾਏ ਕੁਹਾੜਾ ਮਾਰਿਆ ਗਾਫਲ। ਗਾਫਲ ਦਾ ਅਰਥ ਹੁੰਦਾ ਹੈ ਮੂਰਖ, ਆਪਣੇ ਹਾਥ। ਇਹ ਤਾਂ ਇਸ ਤਰੀਕੇ ਨਾਲ ਹੋ ਗਿਆ ਜਿਵੇਂ ਮੂਰਖ ਨੇ ਆਪਣੇ ਪੈਰ 'ਤੇ ਆਪੇ ਹੀ ਕੁਹਾੜਾ ਮਾਰ ਲਿਆ ਹੋਵੇ। ਬੰਦੇ ਦੀ ਹਾਲਤ ਇਸ ਤਰੀਕੇ ਦੀ ਹੋ ਗਈ। ਅਤੇ ਇੱਕ ਥਾਂ 'ਤੇ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੇ ਡਾਰੀ ਰੇ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ ਰਹੇ। ਕਹਿੰਦੇ ਜਿਹੜੀ ਮੈਂ ਨੱਕ ਰੱਖਣ ਦੀ ਖਾਤਰ ਕੰਮ ਕਰਦਾ ਸਾਂ, ਜੇ ਮੈਂ ਧਰਮੀ ਬਣ ਗਿਆ, ਜੇ ਮੈਂ ਸਿਰਫ ਆਪਣੇ ਧੀ ਪੁੱਤ ਦਾ ਆਨੰਦ ਕਾਰਜ ਨਸ਼ੇ ਤੋਂ ਬਗੈਰ ਕਰ ਦਿੱਤਾ, ਅਤੇ ਲੋਕ ਕੀ ਕਹਿਣਗੇ ਆਪਦੀ ਵਾਰੀ ਹੁਣ ਇਹਨੇ ਬੰਦੇ ਨੇ ਨਸ਼ਾ ਹੀ ਨਹੀਂ ਵਰਤਾਇਆ, ਦਾਰੂ ਨਹੀਂ ਪਿਆਈ, ਲੋਕ ਕੀ ਕਹਿਣਗੇ। ਅਸੀਂ ਲੋਕਾਂ ਦੀ ਖਾਤਰ ਕੰਮ ਕਰਦੇ ਹਾਂ। ਅਤੇ ਇੱਕ ਚੀਜ਼ ਨੂੰ ਥੋੜ੍ਹਾ ਜਿਹਾ ਹੋਰ ਧਿਆਨ ਵਿੱਚ ਰੱਖਿਓ, ਬਹੁਤੀ ਵਾਰੀ ਬੰਦਾ ਕੱਪੜਾ ਲੀੜਾ ਵੀ ਜਿਹੜਾ ਆਪਣਾ ਪਾਉਂਦਾ ਹੈ ਆਪਣੀ ਖਾਤਰ ਨਹੀਂ ਪਾਉਂਦਾ, ਲੋਕਾਂ ਦੀ ਖਾਤਰ ਪਾਉਂਦਾ ਹੈ। ਆਪਣੀ ਖਾਤਰ ਨਹੀਂ ਪਾਇਆ ਜਾਂਦਾ। ਕੱਪੜਾ ਪਾਇਆ ਜਾਂਦਾ, ਜੇ ਮੈਂ ਉਹ ਕੱਪੜਾ ਫੇਰ ਪਹਿਨ ਲਿਆ ਅਤੇ ਲੋਕ ਕੀ ਕਹਿਣਗੇ ਇਹਨਾਂ ਦੇ ਕੋਲ ਕੱਪੜੇ ਨਹੀਂ ਹੈਗੇ, ਲੋਕ ਇਹਦੇ ਬਾਰੇ ਕੀ ਸੋਚਣਗੇ।
ਲੋਕਾਂ ਦੀ ਇਹਦੇ ਬਾਰੇ ਕੀ ਰਾਏ ਹੈ? ਜੇ ਕੋਈ ਪੱਗ ਬੰਨ੍ਹਦਾ ਤੇ ਆਪਣੀ ਖਾਤਰ ਨਹੀਂ ਬੰਨ੍ਹਦਾ, ਉਹ ਵੀ ਦੂਜੇ ਦੀ ਖਾਤਰ ਬੰਨ੍ਹੀ ਜਾਂਦੀ ਹੈ। ਅਤੇ ਕਈ ਵਾਰੀ ਘਰ ਦੇ ਵਿੱਚ ਇੱਕ ਚੀਜ਼ ਦੇ ਨਾਲ ਸਰ ਰਿਹਾ ਹੁੰਦਾ ਹੈ, ਪਰ ਕਿਸੇ ਦੂਜੇ ਤੋਂ ਉੱਪਰ ਜਾਣ ਵਾਸਤੇ ਉਹ ਤੋਂ ਵੱਡਾ ਕੰਮ ਕੀਤਾ ਜਾਂਦਾ ਹੈ। ਮੈਂ 2 ਮੰਜ਼ਿਲ ਕੋਠੀ ਪਾਈ, ਦੂਜਾ 3 ਮੰਜ਼ਲੀ ਪਾ ਰਿਹਾ, ਮੈਂ ਉਹਦੇ ਨਾਲ ਉੱਚਾ ਜਾਣਾ ਹੈ। ਹਾਲਾਂਕਿ ਸਰ ਜਾਣਾ ਹੈ 2 ਦੇ ਨਾਲ ਵੀ, ਪਰ ਨਹੀਂ, ਇੱਕ ਦੂਜੇ ਤੋਂ ਉੱਚਾ ਹੋਣ ਦੀ ਹੋੜ ਅੱਜ ਬੰਦੇ ਨੂੰ ਲੱਗੀ ਹੋਈ ਹੈ। ਅਸੀਂ ਦੁਨੀਆ ਦੀ ਨਿਗਾਹ ਦੇ ਵਿੱਚ ਚੰਗਾ ਰਹਿਣਾ ਚਾਹੁੰਦੇ ਹਾਂ, ਪਰ ਗੁਰੂ ਦੀ ਨਿਗਾਹ ਵਿੱਚ ਚੰਗੇ ਰਹੀਏ ਮਾੜੇ ਰਹੀਏ, ਸਾਨੂੰ ਇਸ ਚੀਜ਼ ਦੇ ਨਾਲ ਕੋਈ ਅਰਥ ਨਹੀਂ। ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਇਹ ਮਨਮੁਖ ਬੰਦੇ ਦੀ ਹਾਲਤ ਹੈ, ਇਹ ਗੁਰਮੁਖਤਾਈ ਨਹੀਂ, ਇਹ ਮਨਮੁਖ ਬੰਦੇ ਦੀ ਹਾਲਤ ਹੈ। ਪਰ ਦੁੱਖ ਦੀ ਗੱਲ ਇਹ ਹੈ, ਜਦੋਂ ਘਰ ਵਿੱਚ ਧੀ ਪੁੱਤ ਦਾ ਆਨੰਦ ਕਾਰਜ ਸਾਧ ਸੰਗਤ ਕੀਤਾ ਜਾ ਰਿਹਾ ਹੋਵੇ ਅਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਭੋਗ ਅਸੀਂ ਬੜੇ ਦਿਨ ਪਹਿਲਾਂ ਹੀ ਹੁਣ ਪਵਾ ਦਿੰਦੇ ਹਾਂ। ਹਾਲਾਂਕਿ ਆਪਣੇ ਧੀ ਪੁੱਤ ਨੂੰ ਪਾਲ ਕੇ 20-21 ਸਾਲ ਦੀ ਉਮਰ ਤੱਕ ਵੱਡਿਆਂ ਕੀਤਾ, ਉੱਥੇ ਸਮਝਾਉਣ ਦਾ ਮਤਲਬ ਇਹ ਬਣਦਾ ਸੀ ਵੀ ਲਾਵਾਂ ਦਾ ਆਹ ਮਤਲਬ ਹੈ। ਜਦੋਂ ਲਾਵਾਂ ਦੀ ਬਾਣੀ ਪੜ੍ਹੀ ਜਾਂਦੀ ਹੈ, ਇਹਦਾ ਆਹ ਮਤਲਬ ਹੈ। ਧੀ ਨੂੰ ਗੁਣ ਸਿਖਾਏ ਜਾਂਦੇ ਨੇ, ਉਹਨਾਂ ਨੂੰ ਗ੍ਰਸਥ ਜੀਵਨ ਬਾਰੇ ਦੱਸਿਆ ਜਾਂਦਾ ਹੈ। ਪਰ ਜਿਸ ਕੰਮ ਦੀ ਖਾਤਰ ਧੀ ਪੁੱਤ ਨੂੰ ਇੰਨਾ ਵੱਡਾ ਕੀਤਾ ਹੁੰਦਾ ਹੈ, ਜਦੋਂ ਉਹ ਕਾਰਜ ਕਰਨ ਦਾ ਸਮਾਂ ਆਉਂਦਾ ਹੈ, ਬਹੁਤੇ ਵਿਚਾਰੇ ਆਉਂਦੇ ਹੀ ਨਹੀਂ, ਉਹ ਪਿੱਛੇ ਰਹਿ ਜਾਂਦੇ ਨੇ। ਸਿਰਫ 4-5 ਜਾਣੇ ਆਉਂਦੇ ਨੇ, ਉਹਦੇ ਵਾਸਤੇ ਟਾਈਮ ਬੜਾ ਘੱਟ ਹੈ। ਬਾਕੀ ਦੀਆਂ ਰਸਮਾਂ ਵਾਸਤੇ ਸਾਡੇ ਕੋਲ ਟਾਈਮ ਬਹੁਤ ਜ਼ਿਆਦਾ ਹੈ। ਇਹ ਸੋਚਣ ਦਾ ਵਿਸ਼ਾ ਹੈ। ਜੇਕਰ ਅਸੀਂ ਆਪਣੇ ਧੀ ਪੁੱਤ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਬਾਰੇ ਸਮਝਾਇਆ ਹੁੰਦਾ, ਤੇ ਖੌਰੇ ਕਿਸੇ ਨੂੰ ਮੰਦਾ ਬੋਲਣ ਲੱਗਿਆ 100 ਵਾਰ ਸੋਚਿਆ ਜਾਂਦਾ। ਖੌਰੇ ਕਿਸੇ ਨੂੰ ਭੈੜਾ ਸ਼ਬਦ ਕਹਿਣ ਲੱਗਿਆ ਬੰਦਾ 100 ਵਾਰ ਸੋਚੇ ਵੀ ਮੇਰੇ ਬੋਲੇ ਹੋਏ ਸ਼ਬਦ ਨਾਲ ਕਿਸੇ ਦਾ ਦਿਲ ਤਾਂ ਨਹੀਂ ਦੁਖਦਾ। ਪਰ ਨਹੀਂ, ਜਿਸ ਚੀਜ਼ ਦੀ ਖਾਤਰ ਅਸੀਂ ਇੰਨਾ ਲੰਮਾ ਕੰਮ ਕਰਦੇ ਹਾਂ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਆਉਂਦੇ ਆ, ਉਦੋਂ ਸਾਡੇ ਕੋਲ ਟਾਈਮ ਬੜਾ ਘੱਟ ਹੁੰਦਾ। ਇਹ ਦੁੱਖ ਦੀ ਗੱਲ ਹੈ। ਜਿਹੜੀ ਮੈਂ ਬੇਨਤੀ ਤੁਹਾਡੇ ਨਾਲ ਸਾਂਝੀ ਕਰ ਰਿਹਾ, ਭਾਈ ਮੰਝ ਨੇ ਸਾਧ ਸੰਗਤ ਦੇ ਲੋਕਾਂ ਦੀ ਪਰਵਾਹ ਨਹੀਂ ਕੀਤੀ ਵੀ ਲੋਕ ਹੁਣ ਕੀ ਕਹਿਣਗੇ। ਲੋਕ ਕਹਿਣਗੇ ਸਾਨੂੰ ਪੀਰਾਂ ਦੇ ਲੜ ਲਾ ਕੇ ਆਪ ਕਬਰ ਢਾਹ ਕੇ ਕਿਸੇ ਦੂਜੇ ਪੰਥ ਵਿੱਚ ਜਾ ਕੇ ਸ਼ਾਮਲ ਹੋ ਗਿਆ, ਜਾ ਕੇ ਕਬਰ ਢਾਹ ਦਿੱਤੀ, ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਪਰ ਉਹਨਾਂ ਦੀ ਸੁਭਾਅ ਵਿੱਚ ਮਿਹਨਤ ਨਹੀਂ ਸੀ ਲਿਖੀ, ਇਸ ਕਰਕੇ ਬਹੁਤਾ ਕਾਮਯਾਬ ਨਾ ਹੋ ਸਕੇ। ਹਾਰ ਕੇ ਫਿਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਆਏ ਅਤੇ ਆਣ ਕੇ ਕਹਿਣ ਲੱਗੇ, ਸਤਿਗੁਰੂ ਜੀ ਪਹਿਲੀ ਸਿੱਖੀ ਢਾਹ ਦਿੱਤੀ ਹੈ, ਪਹਿਲੀ ਵਿਚਾਰ ਮਨ ਵਿੱਚੋਂ ਬਾਹਰ ਕੱਢ ਦਿੱਤੀ ਹੈ, ਹੁਣ ਤੁਸੀਂ ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਅਤੇ ਸਾਧ ਸੰਗਤ ਇੱਕ ਹੋਰ ਬੇਨਤੀ ਕਰਦੇ ਹਾਂ, ਸਿੱਖੀ ਦੀ ਦਾਤ ਹਰ ਇੱਕ ਬੰਦੇ ਨੂੰ ਐਵੇਂ ਨਹੀਂ ਮਿਲਦੀ ਅਤੇ ਐਵੇਂ ਨਹੀਂ ਦਿੱਤੀ ਜਾਂਦੀ। ਇਹਦੇ ਵਾਸਤੇ ਭਾਈ ਦਿਆਲਾ ਜੀ ਵਰਗੇ ਗੁਰਸਿੱਖਾਂ ਨੂੰ ਦੇਗ ਦੇ ਵਿੱਚ ਉਬਾਲਾ ਖਾਣਾ ਪਿਆ। ਇਹਦੇ ਵਾਸਤੇ ਭਾਈ ਮਤੀ ਦਾਸ ਜੀ ਵਰਗੇ ਗੁਰਸਿੱਖਾਂ ਨੂੰ ਆਰੇ ਦੇ ਨਾਲ 2 ਫੜ ਹੋਣਾ ਪਿਆ। ਸਿੱਖੀ ਦੀ ਦਾਤ ਬੰਦੇ ਨੇ ਆਪਣੇ ਜੀਵਨ ਵਿੱਚ ਪ੍ਰਾਪਤ ਕਰਨੀ ਹੋਵੇ ਤੇ ਉਹਦੇ ਵਾਸਤੇ 100 ਵਾਰ ਸੋਚਣਾ ਪੈਣਾ ਹੈ ਵੀ ਜੇ ਮੈਂ ਅੱਜ ਗੁਰੂ ਵਾਲੇ ਰਸਤੇ 'ਤੇ ਤੁਰ ਪਿਆ, ਕੀ ਮੇਰੇ ਵਿੱਚ ਸ਼ੁਭ ਗੁਣ ਹੈਗੇ ਨੇ? ਅਸੀਂ ਕੀ ਕਰਦੇ ਹਾਂ, ਬੰਦੇ ਦੀ ਤਿਆਰੀ ਨਹੀਂ ਹੁੰਦੀ ਅਤੇ ਖੰਡੇ ਬਾਟੇ ਦੀ ਪੌਲ ਬੰਦੇ ਨੂੰ ਮਿਲ ਜਾਂਦੀ ਹੈ, ਅਸੀਂ ਇੱਧਰੋਂ ਜਹਾਜ਼ੇ ਚਾੜ੍ਹ ਦਿੰਦੇ ਹਾਂ, ਅਗਲਾ ਅਗਲੇ ਦਿਨ ਹੀ ਮਗਰਲੀ ਬਾਰੀ ਥਾਣੀ ਫੇਰ ਉਤਰ ਜਾਂਦਾ। ਸਿਰਫ ਅਸੀਂ ਗਿਣਤੀ ਵਧਾ ਰਹੇ ਹਾਂ। ਸਿੱਖੀ ਦੀ ਦਾਤ ਪ੍ਰਾਪਤ ਕਰਨ ਵਾਸਤੇ ਸਾਡੇ ਬਜ਼ੁਰਗਾਂ ਨੇ ਬੜੀਆਂ ਘਾਲਣਾਵਾਂ ਘਾਲੀਆਂ ਸਨ। ਉਹਨਾਂ ਦਾ ਕਿਰਦਾਰ ਬੜਾ ਉੱਚਾ ਸੀ, ਉਹਨਾਂ ਦੇ ਜੀਵਨ ਦੇ ਵਿੱਚ ਸ਼ੁਭ ਗੁਣ ਸਨ। ਸਿੱਖੀ ਦੀ ਦਾਤ ਪ੍ਰਾਪਤ ਕਰਨ ਵਾਸਤੇ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਬੜੇ ਐਸੇ ਕਾਰਨਾਮੇ ਕੀਤੇ ਜਿਨ੍ਹਾਂ ਦੇ ਨਾਲ ਸਾਡਾ ਸਿਰ ਫਕਰ ਦੇ ਨਾਲ ਉੱਚਾ ਹੁੰਦਾ ਹੈ। ਭਾਈ ਸੁੱਖਾ ਅਤੇ ਭਾਈ ਜਿੰਦਾ, ਜਿਨ੍ਹਾਂ ਦੇ ਇਤਿਹਾਸ ਤੋਂ ਤੁਸੀਂ ਜਾਣੂ ਹੋ। ਸਿੱਖੀ ਦੀ ਦਾਤ ਸੀ ਉਹਨਾਂ ਦੇ ਅੰਦਰ, ਚਿਣਕ ਸੀ ਸਿੱਖੀ ਦੀ। ਜਿਹੜੇ ਲੋਕ ਸਿੱਖ ਪੰਥ ਦੇ ਨਾਲ ਨਫ਼ਰਤ ਕਰਦੇ ਸਨ, ਸੋਧਾ ਲਾਇਆ ਉਹਨਾਂ ਨੇ। ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਕਿੰਨੇ ਸਾਡੇ ਇਤਿਹਾਸ ਦੇ ਵਿੱਚ ਐਸੇ ਸੂਰਬੀਰ ਹੋਏ ਨੇ। ਸਿੱਖੀ ਦੀ ਦਾਤ ਪ੍ਰਾਪਤ ਕਰਨ ਵਾਸਤੇ ਕਈ ਵਾਰੀ ਆਪਣੇ ਸਰੀਰ ਦੀ ਆਹੂਤੀ ਵੀ ਦੇਣੀ ਪੈਂਦੀ ਹੈ, ਆਪਣੇ ਸਰੀਰ ਨੂੰ ਲੇਖੇ ਵਿੱਚ ਵੀ ਲਾਉਣਾ ਪੈਂਦਾ ਹੈ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਜਿਹੜੀ ਗੱਲ ਨੂੰ ਕਿਹਾ ਉਹਨੂੰ ਕਰਕੇ ਵਿਖਾਇਆ ਸੀ। ਭਾਈ ਮੰਝ ਨੇ ਜਦੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ, ਐਵੇਂ ਨਹੀਂ ਮਿਲਦੀ। ਜਿੱਥੋਂ ਮੈਂ ਗੱਲ ਆਰੰਭ ਕੀਤੀ ਸੀ, ਘਾਲਣੀ ਬੰਦੇ ਦੇ ਜੀਵਨ ਵਿੱਚ ਬੜੀ ਔਖੀ ਹੈ। ਸਿੱਖੀ ਦੀ ਘਾਲਣ ਵਾਸਤੇ ਇੱਕ ਬੜਾ ਲੰਮਾ ਚੌੜਾ ਸਟਰਗਲ ਹੈ, ਮੁਸ਼ੱਕਤ ਕਰਨੀ ਪੈਂਦੀ ਹੈ ਬੰਦੇ ਨੂੰ। ਭਾਈ ਮੰਝ ਗੁਰੂ ਦਰਬਾਰ ਵਿੱਚ ਆ ਗਿਆ,
ਤੇ ਭਾਈ ਮੰਝ ਨੇ ਆਣ ਕੇ ਆਖਿਆ ਸਤਿਗੁਰੂ ਜੀ ਮੈਨੂੰ ਸਿੱਖੀ ਦੀ ਦਾਤ ਬਖਸ਼ੋ। ਮਹਾਰਾਜ ਨੇ ਆਖਿਆ ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣ ਹਾਰਾ। ਉਸ ਦਿਨ ਤੋਂ ਬਾਅਦ ਭਾਈ ਮੰਝ ਗੁਰੂ ਘਰ ਦਾ ਹੋ ਗਿਆ ਤੇ ਗੁਰੂ ਘਰ ਦਾ ਹੋ ਕੇ ਹਰ ਰੋਜ਼ ਸਤਿਗੁਰੂ ਦੇ ਦਰਬਾਰ ਵਿੱਚ ਜੰਗਲ ਦੇ ਵਿੱਚੋਂ ਲੱਕੜਾਂ ਕੱਟ ਕੇ ਲੈ ਕੇ ਆਉਣ ਦੀ ਸੇਵਾ ਕਰਦਾ ਰਿਹਾ। ਇਹ ਸੀ ਭਾਈ ਮੰਝ ਦੀ ਸਿੱਖੀ ਦੀ ਘਾਲਣਾ। ਇੱਕ ਦਿਨ ਹਨੇਰ ਝੱਖੜ ਆਇਆ, ਲੱਕੜਾਂ ਸਿਰ ਤੇ ਚੁੱਕੀਆਂ ਹੋਈਆਂ ਸਨ ਤੇ ਭਾਈ ਮੰਝ ਹਨੇਰੀ ਦੇ ਨਾਲ ਝੱਖੜ ਦੇ ਨਾਲ ਲਾਗੇ ਖੂਹ ਪੁੱਟਿਆ ਹੋਇਆ ਸੀ, ਖੂਹ ਦੇ ਵਿੱਚ ਡਿੱਗ ਪਿਆ। ਤੇ ਭਾਈ ਮੰਝ ਜਦੋਂ ਸਾਰੀ ਰਾਤ ਉਸ ਖੂਹ ਦੇ ਵਿੱਚ ਬਾਣੀ ਪੜ੍ਹਦਾ ਰਿਹਾ ਤੇ ਕਿਸੇ ਗੁਰਸਿੱਖ ਨੇ ਭਾਈ ਮੰਝ ਦੀ ਉਸ ਆਵਾਜ਼ ਨੂੰ ਸੁਣਿਆ। ਆਵਾਜ਼ੇ ਨੂੰ ਸੁਣਨ ਤੋਂ ਬਾਅਦ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਬੇਨਤੀ ਕੀਤੀ। ਸਤਿਗੁਰੂ ਜੀ ਆਪਣੇ ਸਿੱਖਾਂ ਨਾਲ ਆਏ ਤੇ ਭਾਈ ਮੰਝ ਨੂੰ ਖੂਹ ਦੇ ਵਿੱਚੋਂ ਬਾਹਰ ਕੱਢ ਕੇ ਆਪਣੀ ਛਾਤੀ ਦੇ ਨਾਲ ਲਾਇਆ। ਆਖਿਆ ਮੰਝ ਅੱਜ ਤੂੰ ਸਿੱਖੀ ਦੇ ਇਸ ਪੇਪਰ ਦੇ ਵਿੱਚੋਂ ਪਾਸ ਹੋ ਗਿਆ, ਅੱਜ ਤੂੰ ਸਿੱਖੀ ਦੇ ਇਸ ਇਮਤਿਹਾਨ ਦੇ ਵਿੱਚੋਂ ਪਾਸ ਹੋ ਗਿਆ। ਹੁਣ ਜਿੱਥੋਂ ਮੈਂ ਗੱਲ ਆਰੰਭ ਕੀਤੀ ਸੀ, ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿਛ ਲਾਹੇ ਉੱਪਰ ਘਾਲੀਏ। ਹੇ ਬੰਦਿਆ, ਜੇ ਤੂੰ ਵੀ ਕੁਝ ਜੀਵਨ ਦੇ ਵਿੱਚ ਘਾਲਣੀ ਹੈ ਤੇ ਸਿੱਖੀ ਦੀ ਘਾਲਣਾ ਘਾਲ। ਤੇ ਸਿੱਖੀ ਦੀ ਘਾਲਣਾ ਘਾਲਣੀ ਬੜੀ ਔਖੀ ਹੈ, ਇਹਦੇ ਵਾਸਤੇ ਬੰਦੇ ਨੂੰ ਮਿਹਨਤ ਕਰਨੀ ਪੈਂਦੀ ਹੈ। ਪਹਿਲੀ ਪੰਕਤੀ ਵਿੱਚ ਮਹਾਰਾਜ ਕਹਿੰਦੇ ਨੇ ਜਿਤ ਸੇਵਿਆ। ਜਦੋਂ ਘਾਲਣਾ ਘਾਲੀ ਜਾਂਦੀ ਹੈ ਜੀਵਨ ਦੇ ਵਿੱਚ, ਫਿਰ ਪਰਮਾਤਮਾ ਦੀ ਸੇਵਾ ਕੀਤੀ ਜਾਂਦੀ ਹੈ। ਮਹਾਰਾਜ ਕਹਿੰਦੇ ਨੇ ਜਿਤ ਸੇਵਿਐ ਸੁਖ ਪਾਈਐ। ਜਦੋਂ ਪਰਮਾਤਮਾ ਦੀ ਸੇਵਾ ਕੀਤੀ ਜਾਂਦੀ ਹੈ ਤੇ ਜੀਵਨ ਦੇ ਵਿੱਚ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਜੀਵਨ ਦੇ ਵਿੱਚ ਸੁੱਖ ਆਉਂਦੇ ਨੇ, ਦੁੱਖ ਘਟਦੇ ਜਾਂਦੇ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸਾਧ ਸੰਗਤ ਅਸੀਂ ਥੋੜ੍ਹੇ ਦਿਨ ਪਹਿਲਾਂ ਪ੍ਰਕਾਸ਼ ਪੁਰਬ ਮਨਾ ਕੇ ਹਟੇ ਹਾਂ। ਮਹਾਰਾਜ ਨੇ ਆਪਣੇ ਇੱਕ ਸ਼ਬਦ ਵਿੱਚ ਬੰਦੇ ਦੇ ਸੁੱਖ ਤੇ ਦੁੱਖ ਦੀ ਬੜੀ ਡੂੰਘੀ ਤੇ ਬੜੀ ਸੋਹਣੀ ਵਿਆਖਿਆ ਕੀਤੀ ਹੈ। ਅੱਜ ਦੁਨੀਆ ਦਾ ਹਰ ਇੱਕ ਬੰਦਾ ਚਾਹੁੰਦਾ ਹੈ ਮੈਂ ਸੁਖੀ ਹੋਵਾਂ, ਤੇ ਬਹੁਤਿਆਂ ਦਾ ਸੁੱਖ ਦੁੱਖ ਦਾ ਪੈਮਾਨਾ ਸਿਰਫ ਕਰੰਸੀ ਤੱਕ ਸੀਮਤ ਹੈ, ਪੈਸੇ ਤੱਕ ਸੀਮਤ ਹੈ। ਮੇਰੇ ਕੋਲ 4 ਪੈਸੇ ਹੋਣ, ਤੇ ਜਦੋਂ 4 ਪੈਸੇ ਆ ਜਾਂਦੇ ਨੇ ਸੁੱਖ ਬੰਦੇ ਦੇ ਜੀਵਨ ਵਿੱਚ ਤਾਂ ਵੀ ਨਹੀਂ ਹੁੰਦਾ। ਸੁੱਖ ਤੇ ਦੁੱਖ ਤੁਹਾਡੇ ਆਪਣੇ ਮਨ ਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸੁੱਖ ਤੇ ਦੁੱਖ ਦੀ ਬੜੀ ਸੋਹਣੀ ਪਰਿਭਾਸ਼ਾ ਆਪਣੇ ਸ਼ਬਦ ਵਿੱਚ ਕਹੀ ਸੀ। ਮਹਾਰਾਜ ਕਹਿੰਦੇ ਦੀਵਾ ਮੇਰਾ ਏਕ ਨਾਮ। ਜਦੋਂ ਬਾਹਰੀ ਤੌਰ 'ਤੇ ਦੀਵਾਲੀ ਦਾ ਤਿਉਹਾਰ ਆਉਂਦਾ ਹੈ ਤੇ ਲੋਕ ਦੀਵਾ ਜਗਾਉਂਦੇ ਨੇ, ਤੇ ਦੀਵਾ ਆਪਣੇ ਆਪ ਦੇ ਵਿੱਚ ਚਾਨਣ ਦਾ ਪ੍ਰਤੀਕ ਹੈ, ਖੁਸ਼ੀ ਦਾ ਪ੍ਰਤੀਕ ਹੈ। ਲੋਕ ਆਪਣੇ ਘਰਾਂ ਦੀਆਂ ਸਜਾਵਟਾਂ ਕਰਦੇ ਨੇ। ਇਹਦੇ ਨਾਲ ਇੱਕ ਤਾਂ ਪੁਰਾਣੀ ਮਿੱਥ ਜੁੜੀ ਹੋਈ ਹੈ, ਲੋਕ ਇਸ ਦਿਨ ਲక్ష్ਮੀ ਦੀ ਪੂਜਾ ਕਰਦੇ ਨੇ, ਤੇ ਦੂਜਾ ਸਾਡਾ ਇਹਦੇ ਨਾਲ ਬੰਦੀ ਛੋੜ ਦਿਵਸ ਦਾ ਨਾਤਾ ਜੁੜਿਆ ਹੋਇਆ। ਤੇ ਦੀਵਾ ਆਪਣੇ ਆਪ ਦੇ ਵਿੱਚ ਇੱਕ ਖੁਸ਼ੀ ਦਾ ਪ੍ਰਤੀਕ ਹੈ। ਇੱਕ ਦੀਵਾ ਜਗਾਉਣ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਦੀਵਾ ਮੇਰਾ ਏਕ ਨਾਮ। ਮੇਰੇ ਵਾਸਤੇ ਪ੍ਰਮਾਤਮਾ ਦਾ ਨਾਮ ਹੀ ਦੀਵਾ ਹੈ। ਮੈਨੂੰ ਇਸੇ ਦੀਵੇ ਦੀ ਲੋੜ ਹੈ। ਹੁਣ ਦੀਵਾ ਕਾਹਦੇ ਨਾਲ ਜਗਦਾ? ਤੇਲ ਦੇ ਨਾਲ। ਦੀਵੇ 'ਚ ਤੇਲ ਪਾਇਆ ਜਾਂਦਾ ਤਾਂ ਹੀ ਦੀਵਾ ਜਗੇਗਾ ਨਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਨਾਮ ਦਾ ਦੀਵਾ ਹੈ ਮੇਰੇ ਕੋਲ। ਦੁੱਖ ਵਿੱਚ ਪਾਇਆ ਤੇਲ, ਉਸ ਦੀਵੇ ਵਿੱਚ ਮੈਂ ਦੁੱਖਾਂ ਦਾ ਤੇਲ ਪਾ ਲਿਆ। ਭਾਵ ਜਿੰਨੇ ਮੇਰੇ ਕੋਲ ਦੁੱਖ ਸਨ ਮੈਂ ਉਹਨਾਂ ਨੂੰ ਪੀੜਿਆ, ਪੀੜਨ ਤੋਂ ਬਾਅਦ ਉਹਨਾਂ ਦਾ ਤੇਲ ਮੈਂ ਉਸ ਦੀਵੇ ਦੇ ਵਿੱਚ ਪਾ ਲਿਆ। ਹੁਣ ਜਦੋਂ ਦੀਵਾ ਜਗਦਾ ਹੈ ਤੇ ਕੀ ਹੁੰਦਾ ਹੈ? ਉਹਦੇ 'ਚੋਂ ਤੇਲ ਸੜਦਾ ਹੈ ਦੀਵੇ ਦੇ ਵਿੱਚੋਂ। ਕਹਿੰਦੇ ਜਦੋਂ ਪਰਮਾਤਮਾ ਦੇ ਨਾਮ ਦਾ ਦੀਵਾ ਮੇਰੇ ਅੰਦਰ ਜਗਣਾ ਸ਼ੁਰੂ ਹੋਇਆ ਤੇ ਇਹਦੇ ਵਿੱਚੋਂ ਨਾਲ ਦੀ ਨਾਲ ਹੀ ਦੁੱਖਾਂ ਦਾ ਸੜਨਾ ਵੀ ਸ਼ੁਰੂ ਹੋ ਗਿਆ। ਹੁਣ ਆਹ ਦੀਵਾ ਜਗਾਉਣ ਵਾਸਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਰ ਸਿੱਖ ਨੂੰ ਕਹਿ ਰਹੇ ਨੇ, ਦੂਜਾ ਦੀਵਾ ਤਾਂ ਉਹੀ ਬੰਦਾ ਜਗਾਏਗਾ ਜਿਹਦੀ ਪਾਇਆ ਹੋਏਗੀ। ਅੱਜ ਕੱਲ੍ਹ ਤਾਂ ਤੇਲ ਹੀ ਇੰਨਾ ਮਹਿੰਗਾ ਹੋ ਗਿਆ ਵੀ ਦੀਵਾ ਜਗਾਉਣਾ ਵੀ ਬੰਦੇ ਨੂੰ ਔਖਾ ਲੱਗਦਾ, ਕਿਉਂਕਿ ਮਹਿੰਗਾਈ ਦਾ ਜ਼ਮਾਨਾ ਹੈ। ਪਰ ਜਿਹੜਾ ਦੀਵਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਾਉਣ ਵਾਸਤੇ ਕਹਿ ਰਹੇ ਨੇ, ਇਹ ਦੀਵਾ ਹਰ ਇੱਕ ਗੁਰਸਿੱਖ ਜਗਾ ਸਕਦਾ। ਹਰ ਇੱਕ ਗੁਰਸਿੱਖ ਇਸ ਦੀਵੇ ਨੂੰ ਆਪਣੇ ਅੰਦਰ ਬਾਲੇ, ਤੇ ਇਸ ਦੀਵੇ ਨੂੰ ਅੰਦਰ ਬਾਲਣ ਦੇ ਨਾਲ ਦੁੱਖ ਆਪਣੇ ਆਪ ਹੀ ਅੰਦਰੋਂ ਘਟਣੇ ਸ਼ੁਰੂ ਹੋ ਜਾਂਦੇ। ਮਹਾਰਾਜ ਕਹਿੰਦੇ ਨੇ ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ। ਇਹਦੇ ਵਿੱਚ ਦੁੱਖਾਂ ਦਾ ਤੇਲ ਪਾ ਲਿਆ, ਦੁੱਖ ਸੜ ਗਏ। ਕਹਿੰਦੇ ਉਨ ਚਾਨਣ, ਕਹਿੰਦੇ ਜਦੋਂ ਦੀਵੇ ਦੇ ਨਾਲ ਚਾਨਣ ਹੋਇਆ, ਉਨ ਸੋਖਿਆ, ਤੇਲ ਉਹਦੇ 'ਚੋਂ ਸੜ ਗਿਆ। ਚੂਕਾ ਜਮ ਸਿਉ ਮੇਲ, ਤੇ ਮੇਰਾ ਜਮਾਂ ਦੇ ਨਾਲੋਂ ਸੰਬੰਧ ਹੀ ਟੁੱਟ ਗਿਆ। ਮੇਰਾ ਜਮਾਂ ਦੇ ਨਾਲੋਂ ਨਾਤਾ ਹੀ ਟੁੱਟ ਗਿਆ। ਅੱਗੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਲੋਕਾ, ਹੇ ਲੋਕੋ ਮਤ ਕੋ ਫੱਕੜ ਪਾਏ। ਫੱਕੜ ਦਾ ਮਤਲਬ ਹੁੰਦਾ ਹੈ ਮਜ਼ਾਕ। ਹੇ ਲੋਕੋ,
इस गल नूं मजाक ना समझो, इस गल नूं मखौल ना समझो। लख मड़ियां कर इकट्ठे, हुण जंगल दे विच लखां करोड़ां मण लकड़ियां होण जिन्हां दा भार बड़ा होवे, कहंदे लख मड़ियां कर इकट्ठे एक रतीले भा। सिर्फ उन्हां नूं एक चंगियाड़ी दी लोड़ है। एक चंगियाड़ी जंगल दे विच लखां मण लकड़ियां दे ढेर नूं साड़ के सुआह कर दिंदी है। एक चंगियाड़ी विच इन्नी ताकत है। सतगुरु कहते ने इसे तरीके नाल गुरु का शब्द है, गुरु का शब्द भी बंदे दे जीवन दे विचों लखां बुराइयां नूं, लखां ऐब नूं, लखां गुनाहां नूं कढ़ दिंदा है। ताइयों सतगुरु गुरु अर्जन साहब सच्चे पातशाह महाराज कहते सन, किनका एक जिस जी बसावै। जदों एक किणका मात्र भी बंदे की जिंदगी दे विच आ जावे, महाराज कहते ताकि महिमा गनी ना आवे। उस वक्त वो महिमा नूं बयान नहीं किया, सिर्फ एक किणके की गल है। आ तुसीं वेखो जदों बाहरी तौर पर फसलां पकदियां ने ते कई बारी कणक की पक्की हुई फसल दे विच किसी पत्थर दे नाल एक चंगियाड़ा भी उहदे विच डिग पवे ते सुक्की फसल सड़ के सुआह हो जाती है। महाराज कहते ने जिंदगी दे विच लखां ऐब होण, लखां बुराइयां होण, पर एक बारी गुरु का शब्द जीवन में आण के वस गया, सारियां चीज़ां तेरे जीवन विचों बाहर हो जाणगियां, सारियां चीज़ां खत्म हो जाणगियां। लोका मत को फकड़ पाए, लख मड़ियां कर इकट्ठे एक रतीले भा। सिर्फ इको अग की चंगियाड़ी साड़ के सुआह कर देगी। ये है जीवन का असली मकसद। सतगुरु धन गुरु नानक साहब सच्चे पातशाह महाराज कहते ने, जित सेविया सुख पाईए सो साहिब सदा संभालीए। जिस दी सेवा करन नाल जीवन दे विच सुखां दी प्राप्ति हुंदी है, उस साहिब नूं सदा अपनी सुरत दा हिस्सा बना के रखना चाहिदा है। भाव उहदी याद नूं अपने जीवन दे विच टिका के रखना चाहिदा है। रब दा नाम जपना की है, उहदी याद नूं हमेशा अपनी सुरत दा हिस्सा बनाउणा, उहदी याद नूं अपने जीवन दे विच टिका के रखना। अगे सतगुरु जी कहते ने, जित कीता पाईए अपना सा घाल बुरी क्यों घाली है। जे मैनू मेरे कर्मां दा नतीजा अगे आउण वाले समय दे विच मिल जांदा है, तां मैं माड़ी घालना क्यों घालां, तां मैं किसी दा माड़ा क्यों करा। इसे करके सतगुरु कहते ने, अगों दे जे चेतीए तां कायत मिले सजाए। जेकर दुख नूं पहला चेते विच रखिया जाए, जे मैं आ काम कीता बुरा होएगा तो मैनू कदी सज़ा नहीं मिलेगी। सतगुरु कहते ने, बंदा अपने जीवन दे विच अपना कीता ही पाउंदा है, तो जदों पाउंदा ही अपना कीता है, फिर किसी का मंदा क्यों सोचा जाए। मैं अज किसी के बारे मंदा सोचांगा, कल नूं उहदा नतीजा मैनू मंदे के रूप दे विच ही मिलेगा। कल नूं उहदा रिजल्ट मैनू मंदे दे, जे अज मैं किसी के पैरों के विच कंडे खिलारांगा तो कल नूं हो सकदा वो कंडे मेरे पैरों के विच भी वजन, हो सकदा उन्हां कंडियां दा शिकार मैं भी हो जावां। किसी के बारे माड़ा सोचण लग्या बंदे नूं 100 बार सोचना चाहिए, पर मनुखी सुभाਅ है ये माड़े पासे नूं बहुत छेती जाता है, चंगे पासे नूं बहुत घट जाता है, माड़े बने नूं बहुत छेती दौड़ता है। ताइयों महाराज ने आख्या सी ना, उड उड दा दिश जाए, ये 10 दिशावां वाले पासे दौड़दा। कई बारी गुरुद्वारे बैठा हुंदा है, मन किते घर लगा हुंदा है, मन किसे होर ही वेग दे विच घूम रहा हुंदा है। मन नूं टिकाउणा ही बंदे दे जीवन दे विच असल अर्थां विच गुरु दा नाम जपना है। ते मन नूं टिकाउणा की है? सत, संतोख, दया, धर्म, धीरज, इन्हां दैवी गुणां नूं अपने जीवन दे विच वसाउणा, यही मन नूं टिकाउणा। तो गुरु नानक साहब सच्चे पातशाह महाराज कहते ने, कहते जित कीता पाईए अपना, जदों मैनू अपने कीते दा फल प्राप्त होना है, सा घाल बुरी क्यों घालीए, मैं मंदा काम क्यों करा। फिर अगे महाराज कहते ने, मंदा मूल ना कीचई, किसी का मंदा ना सोचो, किसी का मंदा ना करो, किसी के बारे मंदा अपने जीवन दे विच ना चितवो। मंदा मूल ना कीची, दे लम्मी नज़र निहालीए, लम्मी सोच नूं अपने जीवन दे विच चेते करना चाहिए, लम्मी सोच नूं अपने जीवन दे विच आराधना चाहिए। दे लम्मी नज़र निहालीए, ज्यों साहिब नाल ना हारीए, ते वेहा पासा ढालीए, वो पासा अपने जीवन दे विच गुरु वाले पासे ढाल, जिहदे नाल उस साहिब दी निगाह दे विच तूं परवान चढ़ सके, उस साहिब दी निगाह दे विच
ਤੂੰ ਮਕਬੂਲ ਹੋ ਸਕੇ, ਐਸਾ ਪਾਸਾ ਆਪਣੀ ਜ਼ਿੰਦਗੀ ਦੇ ਵਿੱਚ ਢਾਲ। ਮਹਾਰਾਜ ਕਹਿੰਦੇ ਨੇ ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਉਹ ਕੰਮ ਕਰ ਆਪਣੇ ਜੀਵਨ ਦੇ ਵਿੱਚ, ਉਹ ਘਾਲਣਾ ਘਾਲ ਤੂੰ ਆਪਣੇ ਜੀਵਨ ਦੇ ਵਿੱਚ, ਜਿਸ ਘਾਲਣਾ ਘਾਲਣ ਦੇ ਨਾਲ ਤੇਰਾ ਜਿਹੜਾ ਜੀਵਨ ਹੈ ਇਹ ਗੁਰੂ ਵਾਲੇ ਪਾਸੇ ਨੂੰ ਸਮਰਪਿਤ ਹੋ ਸਕੇ। ਸਾਧ ਸੰਗਤ, ਜਦੋਂ ਇਸ ਪੌੜੀ ਦਾ ਪਾਠ ਖਡੂਰ ਸਾਹਿਬ ਦੀ ਧਰਤੀ 'ਤੇ ਬੀਬੀ ਅਮਰੋ ਕਰ ਰਹੀ ਸੀ ਨਾ, ਮੈਂ ਜਦੋਂ ਇਤਿਹਾਸ ਦਾ ਉਹ ਪੱਖ ਪੜ੍ਹਦਾ ਤਾਂ ਬੜਾ ਸਵਾਦਲਾ ਪੱਖ ਹੈ। ਤੁਸੀਂ ਵੇਖੋ ਵੀ ਕਈ ਵਾਰੀ ਬੰਦੇ ਨੂੰ ਸ਼ਬਦ ਪੜ੍ਹਨ ਦੀ ਲਗਨ ਕਿੱਦਾਂ ਲੱਗਦੀ ਹੈ, ਕਈ ਵਾਰੀ ਬੰਦਾ ਸ਼ਬਦ ਵਾਲੇ ਪਾਸੇ ਕਿੱਦਾਂ ਜੁੜਦਾ ਹੈ। ਬੀਬੀ ਅਮਰੋ ਇਸ ਸ਼ਬਦ ਦਾ ਪਾਠ ਪੜ੍ਹ ਰਹੀ ਸੀ ਖਡੂਰ ਸਾਹਿਬ ਦੀ ਧਰਤੀ 'ਤੇ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਰਿਸ਼ਤੇ ਵਿੱਚ ਬੀਬੀ ਅਮਰੋ ਦੇ ਸਾਕ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਸਨ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਅਸੀਂ ਪਹਿਲਾ ਜੀਵਨ ਪੜ੍ਹੀਏ ਪੁਰਾਣਾ, ਬੜਾ ਲੰਮਾ ਸਮਾਂ ਦੇਵੀ ਦੇਵਤਿਆਂ ਦੇ ਕੋਲ ਜਾਂਦੇ ਰਹੇ, ਭਟਕਦੇ ਰਹੇ, ਪਰ ਮਨ ਨੂੰ ਕਿਸੇ ਵੀ ਥਾਂ ਸ਼ਾਂਤੀ ਨਹੀਂ ਸੀ ਮਿਲਦੀ। ਦੂਜੀ ਬੋਲੀ ਦੇ ਵਿੱਚ ਉਹਨਾਂ ਨੇ ਹਮੇਸ਼ਾ ਹੀ ਧਾਰਮਿਕ ਗ੍ਰੰਥਾਂ ਦੇ ਪਾਠ ਨੂੰ ਸੁਣਿਆ, ਧਾਰਮਿਕ ਗ੍ਰੰਥਾਂ ਦੇ ਪਾਠ ਨੂੰ ਪੜ੍ਹਿਆ। ਜਦੋਂ ਬੀਬੀ ਅਮਰੋ ਦੁੱਧ ਵਿੱਚ ਮਧਾਣੀ ਪਾਈ ਹੋਈ ਹੈ ਅਤੇ ਪਾਠ ਪੜ੍ਹਦੀ ਹੈ, ਅਤੇ ਉਹਨਾਂ ਨੇ ਇਸ ਪੌੜੀ ਦਾ ਪਾਠ ਕੀਤਾ। ਜਿਤ ਸੇਵਿਆ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀਐ, ਜੋ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਇਸ ਪੌੜੀ ਦਾ ਪਾਠ ਪੜ੍ਹਨ ਦੀ ਦੇਰ ਸੀ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬੀਬੀ ਅਮਰੋ ਨੂੰ ਪੁੱਛਿਆ, ਇਹ ਬਾਣੀ ਕਿਹਦੀ ਹੈ, ਕਿਹਦਾ ਕਲਾਮ ਪੜ੍ਹ ਰਹੇ ਹੋ? ਬੀਬੀ ਅਮਰੋ ਨੇ ਆਖਿਆ, ਇਹ ਬਾਣੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹੈ। ਪਹਿਲੀ ਵਾਰੀ ਉਹਨਾਂ ਨੇ ਆਪਣੀ ਬੋਲੀ ਦੇ ਵਿੱਚ ਗੁਰੂ ਦੀ ਬਾਣੀ ਨੂੰ ਸੁਣਿਆ, ਜਿਹਨੇ ਇੱਕਦਮ ਉਹਨਾਂ ਦੇ ਮਨ 'ਤੇ ਅਸਰ ਕੀਤਾ। ਅਤੇ ਇਤਿਹਾਸ ਦੱਸਦਾ ਹੈ ਉਸ ਦਿਨ ਤੋਂ ਬਾਅਦ ਬੀਬੀ ਅਮਰੋ ਉਹਨਾਂ ਦੇ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਲੈ ਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਬਾਰ ਵਿੱਚ ਆਣ ਕੇ ਹਾਜ਼ਰ ਹੋਏ। ਉੱਥੇ ਆਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਘਰ ਨੂੰ ਗੁਰੂ ਅਮਰਦਾਸ ਮਹਾਰਾਜ ਨੇ ਤੱਕਿਆ, ਅਤੇ ਸਿੱਖਾਂ ਦੇ ਗੁਰੂ ਅਮਰਦਾਸ ਮਹਾਰਾਜ ਤੀਜੇ ਗੁਰੂ ਦੇ ਤੌਰ 'ਤੇ ਆਣ ਕੇ ਸਥਾਪਿਤ ਹੋ ਜਾਂਦੇ ਨੇ। ਆਪਣੀ ਬੋਲੀ ਵਿੱਚ ਇੰਨਾ ਜ਼ਿਆਦਾ ਮਹੱਤਵ ਸੀ ਬਾਣੀ ਦਾ, ਇੰਨੀ ਉਹਨਾਂ ਦੇ ਤੁਰ ਅੰਦਰ ਨੂੰ ਖਿੱਚ ਪਾਈ ਉਸ ਚੀਜ਼ ਨੇ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਵਾਲੇ ਪਾਸੇ ਨੂੰ, ਗੁਰੂ ਘਰ ਵਾਲੇ ਪਾਸੇ ਨੂੰ ਇਸ ਤਰੀਕੇ ਦੇ ਨਾਲ ਜਿਹੜੇ ਸਨ ਉਹ ਖਿੱਚੇ ਚਲੇ ਆਏ। ਇਹ ਸਾਡੇ ਇਤਿਹਾਸ ਦਾ ਵਡੱਪਣ ਹੈ। ਇਸ ਪੌੜੀ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਹੇ ਭਾਈ, ਕਿਸੇ ਦਾ ਮੰਦਾ ਨਾ ਕਰੋ। ਕਿਸੇ ਦਾ ਮੰਦਾ ਕਰਨ ਲੱਗਿਆ 100 ਵਾਰ ਬੰਦੇ ਨੂੰ ਸੋਚਣਾ ਚਾਹੀਦਾ ਹੈ, ਜੇ ਕੱਲ੍ਹ ਨੂੰ ਇਸ ਤਰੀਕੇ ਨਾਲ ਮੇਰੇ ਨਾਲ ਹੋਇਆ ਤਾਂ ਮੇਰਾ ਕੀ ਹਾਲ ਹੋਏਗਾ। ਇਸ ਲਈ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਨੂੰ ਪੜ੍ਹਨਾ, ਸੁਣਨਾ, ਸਮਝਣਾ ਇਹ ਹਰ ਇੱਕ ਸਿੱਖ ਦੇ ਵਾਸਤੇ ਲਾਜ਼ਮੀ ਹੈ। ਆਪਣੇ ਇਤਿਹਾਸ ਨੂੰ ਪੜ੍ਹੀਏ, ਸਤਿਗੁਰਾਂ ਦੀ ਬਾਣੀ ਦੇ ਇਸ ਫਲਸਫੇ 'ਤੇ ਮਾਣ ਕਰਨ ਦਾ ਯਤਨ ਕਰੀਏ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ, ਵਡਿਆਈ ਗੁਰੂ ਦੀ। ਜੇ ਕੋਈ ਬੋਲ ਚੰਗਾ ਲੱਗਾ ਹੋਵੇ, ਗੁਰੂ ਦਾ ਜਾਣ ਕੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਨਾ ਜੀ। ਆਪ ਸਰਬੱਤ ਸੰਗਤ ਦਾ ਧੰਨਵਾਦ, ਜਿਨ੍ਹਾਂ ਨੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ। ਅੰਤ ਵਿੱਚ ਬੁਲਾਓ ਫਤਿਹ। ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।